ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਗੌੜੀ ਪੂਰਬੀ ਰਵਿਦਾਸ ਜੀਓ। ਇਕ ਓੰਕਾਰ ਸਤਿਗੁਰ ਪ੍ਰਸਾਦ। ਕੂਪ ਭਰਿਓ ਜੈਸੇ ਦਾਦਿਰਾ। ਕਛ ਦੇਸ਼ ਵਿਦੇਸ਼ ਨਾ ਬੂਝ। ਐਸੇ ਮੇਰਾ ਮਨ ਵਿਖਿਆ ਬਿਮੋਹਿਆ। ਕਛ ਆਰਾ ਪਾਰ ਨਾ ਸੂਝ। ਕੂਪ ਭਰਿਓ ਜੈਸੇ ਦਾਦਿਰਾ। ਕਛ ਦੇਸ਼ ਵਿਦੇਸ਼ ਨਾ ਬੂਝ। ਐਸੇ ਮੇਰਾ ਮਨ ਵਿਖਿਆ ਬਿਮੋਹਿਆ। ਕਛ ਆਰਾ ਪਾਰ ਨਾ ਸੂਝ। ਸਗਲ ਭਵਨ ਕੇ ਨਾਇਕਾ। ਇਕ ਛਿਨ ਦਰਸ਼ ਦਿਖਾਏ ਜੀ। ਰਹਾਉ ਮਲਿਨ ਭਈ ਮਤ ਮਾਧਵਾ। ਤੇਰੀ ਗਤ ਲਖੀ ਨਾ ਜਾਏ। ਕਰਹੁ ਕਿਰਪਾ ਭ੍ਰਮ ਚੂਕਈ। ਮੈਂ ਸੁਮਤ ਦੇਹੋ ਸਮਝਾਏ। ਜੋਗੀਸਰ ਪਾਵਹਿ ਨਹੀਂ। ਤੋ ਗੁਣ ਕਥਨ ਅਪਾਰ। ਪ੍ਰੇਮ ਭਗਤ ਕੈ ਕਾਰਣੈ। ਕਹੁ ਰਵਿਦਾਸ ਚਮਾਰ। ਜੋਗੀਸਰ ਪਾਵਹਿ ਨਹੀਂ। ਤੋ ਗੁਣ ਕਥਨ ਅਪਾਰ। ਪ੍ਰੇਮ ਭਗਤ ਕੈ ਕਾਰਣੈ। ਕਹੁ ਰਵਿਦਾਸ ਚਮਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਅਤੇ ਤਖਤ ਦੇ ਮਾਲਕ ਬਾਣੀ ਕੇ ਬੋਹੇਤ ਸਰਬ ਸਾਂਝੀ ਵਾਲਤਾ ਦੇ ਲਖਾਇਕ ਸ਼ਬਦ ਗੁਰੂ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ। ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ ਪਹਿਲੀ ਪਾਤਸ਼ਾਹੀ ਛੇਵੀਂ ਮਹਾਨ ਪਵਿੱਤਰ ਇਤਿਹਾਸਕ ਅਸਥਾਨ 'ਤੇ ਬਿਰਾਜਮਾਨ ਔਰ ਯਾਤਰਾ ਕਰ ਰਹੀ ਬਹੁਤ ਹੀ ਆਦਰਯੋਗ ਸਨਮਾਨਯੋਗ ਗੁਰੂ ਸਵਰੂਪ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ। ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲ ਕਰਦਿਆਂ ਹੋਇਆਂ
ਨਾ ਸਿਰਫ ਨੀਂਦਰ ਆਲਸ ਆਦਿ ਦਾ ਆਪ ਜੀ ਨੇ ਤਰਕ ਤਿਆਗ ਕੀਤਾ ਹੈ, ਸਗੋਂ ਮੌਸਮ ਦਾ ਮੁਕਾਬਲਾ ਕਰਦਿਆਂ ਹੋਇਆਂ ਉਦਮੀ ਬਣ ਕੇ ਗੁਰੂ ਚਰਨਾਂ ਵਿੱਚ ਪਹੁੰਚ ਕੇ ਆਪ ਜੀ ਨੇ ਗੁਰੂ ਸਵਾਰਿਆਂ ਤੋਂ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਉਪਰੰਤ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਗੁਰਦੇਵ ਆਪ ਸਾਰੀਆਂ ਸੰਗਤਾਂ ਦੀਆਂ ਸੇਵਾਵਾਂ ਭੇਟਾਵਾਂ ਹਾਜ਼ਰੀਆਂ ਆਪਣੇ ਦਰ ਪ੍ਰਵਾਨ ਕਰਨ, ਸਭਨਾਂ ਨੂੰ ਦਰੋ ਕਰੋ ਨਾਮਦਾਨ ਗੁਰਸਿੱਖੀ ਜੀਵਨ, ਆਪਣੇ ਚਰਨ ਕਮਲਾਂ ਦੀ ਪ੍ਰੀਤ ਪ੍ਰਤੀਤ, ਬਾਣੀ ਪੜ੍ਹਨ ਸੁਣਨ ਕੰਠ ਕਰਨ ਦਾ ਚਾਅ ਬਖਸ਼ਿਸ਼ ਕਰਕੇ ਆਉਣ ਵਾਲੇ ਸਮੇਂ ਵਿੱਚ ਵੀ ਆਪਣੀ ਗੋਦ ਦਾ ਨਿੱਘ ਬਖਸ਼ਿਸ਼ ਕਰਦੇ ਰਹਿਣ, ਤਾਂ ਤੇ ਸਾਡੇ ਲੋਕ ਪਰਲੋਕ ਸੁਹੇਲੇ ਹੋ ਸਕਣ ਜੀ। ਉਪਰੰਤ ਆਪ ਜੀ ਨੇ ਦਾਸ ਪਾਸੋਂ ਹੁਣੇ ਭਗਤ ਰਵਿਦਾਸ ਜੀ ਦਾ ਗੌੜੀ ਪੂਰਬੀ ਰਾਗ ਵਿੱਚ ਜੋ ਪਵਿੱਤਰ ਸ਼ਬਦ ਸਰਵਣ ਕੀਤਾ ਹੈ ਸਾਧ ਸੰਗਤ ਜੀ, ਇਹ ਪਵਿੱਤਰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 346 ਤੇ ਦਰਜ ਹੈ। ਜਿੱਥੇ ਅਸੀਂ ਲੜੀਵਾਰ ਗੁਰਸ਼ਬਦ ਵਿਚਾਰਾਂ ਕਰਨੇ ਆ, ਉੱਥੇ ਬੜਾ ਜ਼ਰੂਰੀ ਹੁੰਦਾ ਹੈ ਵੀ ਕੌਮ ਦੇ ਜਿਹੜੇ ਖਾਸ ਦਿਹਾੜੇ ਨੇ, ਉਹਨਾਂ ਦਿਹਾੜਿਆਂ ਦਾ ਜੋ ਇਤਿਹਾਸ ਹੈ ਉਸ ਨੂੰ ਰਿਵਾਈਜ਼ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਔਰ ਅੱਜ ਦਾ ਇਤਿਹਾਸ ਦੁਨੀਆ ਦਾ ਇੱਕ ਅਦੁੱਤੀ, ਇੱਕ ਵਿਲੱਖਣ ਜੰਗ ਹੈ, ਜਿਸ ਨੂੰ ਅਸੀਂ ਸਾਕਾ ਚਮਕੌਰ ਕਹਿੰਦੇ ਹਾਂ। ਅੱਜ ਦੇ ਹੀ ਦਿਨ ਹਜ਼ੂਰ ਕਲਗੀਆਂ ਵਾਲੇ ਪਾਤਸ਼ਾਹ ਦੇ ਦੋ ਸਪੂਤ, ਤਿੰਨ ਪਿਆਰੇ ਭਾਈ ਹਿੰਮਤ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ, ਭਾਈ ਮੁਕੰਦ ਸਿੰਘ, ਕੋਠਾ ਸਿੰਘ, ਈਸਰ ਸਿੰਘ, ਦੇਵਾ ਸਿੰਘ, ਸੰਤ ਸਿੰਘ, ਸੰਗਤ ਸਿੰਘ ਔਰ ਹੋਰ ਉਹਨਾਂ ਦੇ ਨਾਲ ਦਰਜਨਾ ਸਿੰਘ, ਜਿਨ੍ਹਾਂ ਦੀ ਕੁੱਲ ਗਿਣਤੀ ਇਤਿਹਾਸਕਾਰਾਂ ਨੇ 40 ਦੱਸੀ ਹੈ। ਅੱਜ ਦੇ ਹੀ ਦਿਨ ਉਹਨਾਂ ਨੇ ਚਮਕੌਰ ਸਾਹਿਬ ਸ਼ਹਾਦਤਾਂ ਪ੍ਰਾਪਤ ਕੀਤੀਆਂ ਸਨ। ਆਹ ਜਿਹੜਾ ਵਕਤ ਹੈ ਲਗਭਗ 8:30 ਦਾ, ਇਸ ਵੇਲੇ ਤੱਕ ਤੇ ਗਹਿ ਗੱਚ ਯੁੱਧ ਹੋ ਰਿਹਾ ਸੀ। ਆਹ ਜਿਹੜਾ ਵਕਤ ਹੈ ਹੁਣ ਜਿਹਦੇ ਵਿੱਚ ਅਸੀਂ ਬੈਠੇ ਹਾਂ ਵਰਤਮਾਨ 'ਚ, ਇਸ ਵੇਲੇ ਤੇ ਗਹਿ ਗੱਚ ਲੜਾਈ ਹੋ ਰਹੀ ਸੀ। ਇੱਕ ਪਾਸੇ 40 ਸਨ, ਇੱਕ ਪਾਸੇ 10 ਲੱਖ ਤੋਂ ਵੀ ਜ਼ਿਆਦਾ ਫੌਜਾਂ ਸਨ। ਕੱਲ ਮੀਨਜ਼ ਯੈਸਟਰਡੇ, ਬੀਤ ਚੁੱਕੇ ਕੱਲ, ਮੈਂ ਜਿੱਥੇ ਇਤਿਹਾਸ ਨੂੰ ਛੱਡਿਆ ਸੀ, ਮੈਂ ਉੱਥੋਂ ਬੇਨਤੀਆਂ ਸ਼ੁਰੂ ਕਰਕੇ ਤੇ ਪੰਛੀ ਝਾਤ ਮਾਰਦੇ ਮਾਰਦੇ ਆਪਾਂ ਚਮਕੌਰ ਸਾਹਿਬ ਤੱਕ ਆਉਣ ਦਾ ਯਤਨ ਕਰੀਏ। ਸੋ ਆਓ, ਜਿਤਨੇ ਕੁ ਸਰੀਰ ਗੁਰੂ ਚਰਨਾਂ ਵਿੱਚ ਬੈਠੇ ਹੋ, ਭਾਈ ਇਹ ਬੜਾ ਮਹੱਤਵਪੂਰਨ ਦਿਹਾੜਾ ਹੈ। ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਨੇ, ਉਹ ਬਾਕੀ ਕੌਮਾਂ ਦੇ ਮੁਕਾਬਲੇ ਤੇ ਬਹੁਤ ਪਿੱਛੇ ਰਹਿ ਜਾਂਦੀਆਂ ਨੇ। ਇਹ ਇਤਿਹਾਸਕ ਘਟਨਾਵਾਂ ਸਾਨੂੰ ਅੰਦਰੋਂ ਮਜ਼ਬੂਤ ਕਰਦੀਆਂ ਨੇ, ਗੁਰੂਆਂ ਦੇ ਪ੍ਰਤੀ ਪ੍ਰੇਮ ਪੈਦਾ ਕਰਦੀਆਂ ਨੇ, ਉਤਸ਼ਾਹ ਪੈਦਾ ਕਰਦੀਆਂ ਨੇ ਗੁਰੂ ਰੂਪ ਸਾਧ ਸੰਗਤ ਜੀ। ਸੋ ਆਓ, ਆਪ ਜੀ ਪਹਿਲਾਂ ਤੋਂ ਹੀ ਬੜੀ ਇਕਾਗਰਤਾ, ਬਿਲਕੁਲ ਪਿਨ ਡ੍ਰੌਪ ਸਾਇਲੈਂਟ ਵਾਲਾ ਮਾਹੌਲ ਹੈ ਜੀ। ਧੰਨਵਾਦ ਸਾਰਿਆਂ ਦਾ। ਫਿਰ ਵੀ ਇਕਾਗਰਤਾ ਜਿਤਨੀ ਜ਼ਿਆਦਾ ਤੋਂ ਜ਼ਿਆਦਾ ਹੋ ਜਾਏ ਉਹ ਲਾਹੇਵੰਦ ਹੈ। ਸੁਰਤ ਬਿਰਤ ਗੁਰੂ ਚਰਨਾਂ ਵਿੱਚ ਜੋੜੋ, ਪਿਆਰ ਭਿੱਜ ਇਕੱਠੇ ਹੋ ਕੇ ਗੁਰਮੰਤਰ ਉਚਾਰਨ ਕਰੋ ਤੇ ਆਖੋ ਜੀ ਸਤਨਾਮ ਸ੍ਰੀ। ਫਿਰ ਆਖੋ ਜੀ ਸਤਨਾਮ ਸ੍ਰੀ। ਲਗਭਗ 8 ਮਹੀਨੇ
श्री आनंदपुर साहब नूं घेरा पाया गया और इस तो पहला भी कोई अमन अमान नहीं सी। नदाउण दा जंग, भंगाणी दा जंग, इस तो पहला एक होर चमकौर दा जंग, कुल 14 जंगां। वो पिछले पीरियड नूं भी वेखीए तो वो कोई अमन अमान वाला नहीं सी। भंगाणी दे जंग तो पहला 2 कुछ साल पाउंटा साहब वातावरण शांति वाला बनिया सी, जिथे महाराज ने बहुत सारा ਸਾਹਿਤ रचिया सी। क्योंकि ਸਾਹਿਤ रचन लई, ਸਾਹਿਤ नूं एक्सप्लेन करन लई रिजर्व होना बहुत जरूरी हुंदा है। मैं तुहाडे कोल विचारां लैके आउणा, जे मैं परेशान हाँ तो मैनूं खिमा करना, मेरा अनभाव है, मैं विचार नूं वधिया ढंग नाल एक्सप्लेन नहीं कर सकदा। ये मनुख दे उत्ते असर पैंदा इस चीज़ का, क्योंकि मानसिक काम है, शारीरिक नहीं है। तो किले दे विच हजूर नूं घेरा पिया होया है। मैं कल बेनती कीती सी, मैं उत्थों ही शुरू करा। फिर 3 तरीके हुंदे ने दुश्मन नूं ज़ेर करन दे। सब तो पहला बई किसी नूं अंदरों बाहर ना आउण दिता जाए तो बाहरों उन्हां दी मदद वास्ते अंदर ना जाण दिता जाए। इन्हां ने हुशियारपुर ते रोपड़ विच ढंडोरा पटवाया सी बई कोई भी व्यक्ति गुरु गोबिंद सिंह नूं तन मन धन करके किसी प्रकार का भी सहयोग ना दे, जिहड़ा देगा उन्होंने सख्त तो सख्त सज़ा दी जाएगी। लोग दुबक जाते हैं। तो सत संगत 8 महीनों के घेरे दरम्यान अंदरों सारी रस्तां घोड़ियां वास्ते दाना पट्ठा मुक जाता है और हालात इस तरह के सन। ऐसो हाल हमारो पयो, हाड़ चाम हमरो गल गयो। सिख कहते ने गुरु गोबिंद सिंह साडा हाल इस तरह का है, साडे हड्ड भी गल गए ने, चम भी गल गया, बड़े नताने हो गए हैं, बहुत कमज़ोर हो गए हैं, भर पेट भोजन भी प्राप्त नहीं हुंदा। कई इतिहासकारां ने तो इत्थों तक लिखिया जिहड़े रुख सन उन्हां दे पत्ते, उन्हां दे छिलके भी सिख उबाल उबाल के खा चुके सन। और हजूर ने एक दिन मना कीता सी भी इहदे नाल इन्फैक्शन हो सकती है, बीमारी लग सकती है, बर्दाश्त करो, ये छिलके ना खाओ। ये कुछ दिन पहले ही असी कथा, कुछ महीने पहले ही कथा करके आए हैं। हुण साध संगत जी 3 तरीके हुंदे ने जिन्हों असी घेरे विच लिया होया है, उन्होंने हराण दे। एक सीधा जंग, दूसरा लालच, तीसरा धोखा। सीधा जंग घेरे दे शुरुआती दिनां विच जदों लोहगढ़ दे किले नूं तोड़न लई हाथी नूं शराब पिया के भेजिया गया ते उस हाथी दे मुकाबले लई हजूर ने दुनी चंद नूं चुनिया। वो दौड़दा रात नूं डरदा दौड़ गया ते महाराज ने भाई बचित्र सिंह नूं नियुक्त किया। फिर भाई बचित्र सिंह नूं महाराज ने जिहड़ी नागणी बख्शिश की, उस नागणी नाल उन्होंने उहदा मुकाबला किया। वो जख्मी होया, वापस मुड़िया और अपनी ही फौज नूं दरड़दा होया, नुकसान करदा होया। वो पिछे इन्हां दा केसरी चंद का यह मनसूबा जिहड़ा सी वो काम ना आया। हुण दूसरा तरीका सी धोखा देना। एक मैं ये भी बेनती कर दिया भी पहाड़ी राजियां की अगवाई भीम चंद नहीं सी कर रहा। ये वाकया 1704 का है, ईस्वी 1704 का। और तुसी भीम चंद की जिहड़ी राजधानी है कहलूर, उत्थे जाके भावें डेमोक्रेसी आ गई, उन्हां दा राज नहीं रहा, पर उन्हां दा रिकॉर्ड पिया है उत्थे। तुसी वो रिकॉर्ड कढवाओ तो 1704 तो पहला मर चुकिया है भीम चंद। ये वक्री गल है भी साडे कुछ ग्रंथां विच भीम चंद का मैंशन है, पर सेनापति भीम चंद का मैंशन नहीं करता। सतगुरु का हजूरी कवि है, वो जिक्र करता है भीम चंद के पुत्र अजमेर चंद का। इन्हां दी अगवाई अजमेर चंद कर रहा सी। और
अजमेर चंद की अगवाई विच पहाड़ी राजिਆਂ ने मीटिंग सद्दी और अजमेर चंद ने अपने प्रधानमंत्री जिहदा नाम परमजीत होवेगा उहनूं पम्मा प्रोत कहिंदे ने उहनूं आटे की गां दे के भेजिया भी असीं इहदी शपथ खाने आ भी तुसीं किले खाली कर दिओ, असीं तुहाडा नुकसान नहीं करांगे। हजूर ने ਸਿੰਘਾਂ ਨੂੰ माता गुजर कौर ਨੂੰ दस्सिया सी इन्हां दा ਇਹ ਛਲ है, ये भी एक रणनीति है और कह दिता भी ठीक है अज रात ਨੂੰ ਅਸੀਂ किले खाली कर देंगे। सवेरे महाराज ने टुੱਟਾ पुराना समान जदों अद्धी रात ਨੂੰ बाहर कढ़िया टुੱਟ के पै गए। हजूर ने ਸਿੰਘਾਂ ਨੂੰ ਇਹ तसल्ली करानी सी कि खातर करानी सी भी देख लो इन्हां दी असलीयत की है। गल ਸਿੰਘਾਂ ਨੂੰ भी उकाई अपनी समझ आई। अजे कुछ समा बीतिया सी ते महाराज दरबार विच बैठे सन। इतने में इतला मिली कासद एक आया है, सरहंद के नवाब का पैगाम लाया है। हुण सरहंद दे नवाब दे राही वाया सरहंद औरंगजेब दा एक मैसेज आया है बई ए गुरु गोबिंद सिंह जे तुसी किले छड्ड दिओ ते असीं तुहाडे नाल ज़बानी कलामी ये वायदा नहीं करते, सगों ये कुरान शरीफ की कसम खा के कहने आ भी असी तुहाडा कोई नुकसान नहीं करांगे। और उहदे विच ये भी लिखिया सी छोड़ो आनंदपुर ये शाही मुकाम है, मखदूस इस जगह पे तुम्हारा कयाम है, फौजों व किलों से क्या तुमको काम है, लड़ना ही जब नहीं तो क्यों ये धूमधाम है खैर इसी में कि अपने कहे पे अमल करो और खाम खा मखदूसों को ना नजरे अजल करो। ये आनंदपुर साहब की जिहड़ी जगह है शाही जगह है। सत्संग उन्होंने जमानिया कुछ जगह इन्होंने निशानदेहियां कीतियां हुंदियां सन, जिवें जम्मू कश्मीर है, शिवालिक दियां पहाड़ियां ने, डलहौजी है, शिमला है, रमनीक जगह देहरादून है, वो शाही स्थान ने, उत्थे होर कोई वसेबा नहीं कर सकता। उत्थे बादशाह दा परिवार खास कैबिनेट लोग मंत्री जिहड़े ने वो जाके इंजॉय करनगे, तुसीं नहीं रह सकते। इसलिए छोड़ो आनंदपुर ये शाही मुकाम है। मुकाम जगह नूं कहिंदे ने, प्लेस नूं कहिंदे ने, स्थान नूं कहिंदे ने उर्दू विच। छोड़ो आनंदपुर ये शाही मुकाम है, मखदूस इस जगह पे, मखदूस मैंने खतरा, तुहाडा इत्थे रहना खतरे तो खाली नहीं। किसी वेले भी शाही फौज तुहाडा नुकसान कर सकती है क्योंकि उन्होंने नक्शे दिते हुए ने भी इस जगह ते कोई नहीं रह सकता। हालांकि नौवें पातशाह ने जगह बै खरीदी हुई है और बकायदा उहदी लिखत अपने कोल रखी हुई है, पर मैं तुहानू लैके चमकौर की गढ़ी तक जाना है, इसलिए मैं पंछी झात मरवा रहा, रुकन का मेरे कोल वक्त नहीं। फौजों व किलों से क्या तुमको काम है, लड़ना ही जब नहीं तो क्यों ये धूमधाम है। भाव स्पष्ट है, तुहाडे वास्ते चंगी गल यही है भी जो तुसी किया है उहदे ते चलो ते खामखा अपने सेवकां नूं मौत दे मूँह विच ना पाओ। गुरु गोबिंद सिंह महाराज कहन लगे जे मेरे इत्थों जान नाल खून खराबा रुक सकदा है ते मैनू मुल खरीदी हुई जमीन उहदे उत्ते भारी भरकम रकमां ला के बनाए हुए किले छड्डण विच कोई एतराज नहीं, क्योंकि मैं भी नहीं चाहुंदा कि खून खराबा होवे। और दूसरी गल डिपार्चर करन दी, प्रस्थान करन दी, मैं लंगड़ा नहीं, मैं इत्थों तुर के जा सकना। मशहूर है कि पाए गदा लंग भी नहीं, मैं कोई लंगड़ा थोड़ा वां। अपने लिए खुदा की जिमी तंग भी नहीं, वरना कोई दालेरी में पासंग भी नहीं। लोगों से हमें आरजुए जंग भी नहीं, मजबूर हो गए तो फिर लड़ाई दिखाएंगे, फिर तेगे खालसा की सफाई दिखाएंगे। मैनू भी लड़न का कोई शौक नहीं, मैं भी खून खराबा नहीं करना चाहता, उंज मैं किसी तो डरदा भी नहीं गा। इसे वास्ते महाराज नूं ये लड़ाका गुरु कहंदे हुंदे सन। हजूर कहंदे मैं डरदा किसी तो नहीं, पर मैं किसी नूं डराउण विच भी विश्वास नहीं रखदा। पर खून खराबा टलदा है तो मैनू आनंदपुर साहब छड्डण विच भी कोई गुरेज नहीं। पर याद रखना, जे मेरे बाहर निकलण दे बावजूद तुसी फिर पंगा लिया, फिर मैं तुहानूं दसांगा तेग चलाई दी किस तरह। तुहानूं ते तेग चलानी आउंदी ही कोनी गी। हजूर ने ऐलान कर दिता, आही जिहड़ी रात बीती है, इस तो पहली रात जिहड़ी है, कलगियां वाले पातशाह ने
ਆਪਣੀ ਵਹੀਰ ਦੇ ਨਾਲ ਇਤਿਹਾਸਕਾਰਾਂ ਮੁਤਾਬਕ ਰਾਤ ਅੱਧੀ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਹਮੇਸ਼ਾ ਵਾਸਤੇ ਅਲਵਿਦਾ ਕਹਿ ਦਿੱਤੀ। ਇਹਦੇ ਦਰਮਿਆਨ ਹੋਰ ਬੜਾ ਕੁਝ ਹੋਇਆ ਹੈ। ਜੋ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਨੇ ਸੂਰਜਮਲ, ਉਹਨਾਂ ਦੇ ਵੰਸ਼ਜਾਂ ਨਾਲ ਗੱਲਬਾਤ ਹੋਈ ਹੈ। ਉਹਨਾਂ ਨੂੰ ਮਹਾਰਾਜ ਨੇ ਚਿੱਠੀ ਲਿਖ ਕੇ ਦਿੱਤੀ ਹੈ ਵੀ ਸਰਮੌਰ ਦੇ ਰਾਜੇ ਮੇਦਨੀ ਪ੍ਰਕਾਸ਼ ਕੋਲ ਚਲੇ ਜਾਓ, ਤੁਹਾਡਾ ਇੱਥੇ ਸੋਢੀ ਹੋਣ ਕਰਕੇ ਹਕੂਮਤ ਨੇ ਨੁਕਸਾਨ ਕਰਨਾ ਹੈ। ਫਿਰ ਉਹ ਚਲੇ ਗਏ, ਉਹ ਨਾਣ ਗਏ, ਉਸੇ ਰਿਆਸਤ ਵਿੱਚ ਸੀ। ਉਹਨੇ ਫਿਰ ਉਹਨਾਂ ਨੂੰ ਇੱਕ ਪਿੰਡ ਦਿੱਤਾ ਜਿਹਦਾ ਨਾਂ ਸੀ ਗਿਰਵੀ। ਗਿਰਵੀ ਪਿੰਡ ਉਹਨੇ ਗੁਰੂ ਕੇ, ਕਿਉਂਕਿ ਉਹ ਗੁਰੂ ਘਰ ਦਾ ਸਰਦਾਲੂ ਸੀ, ਰਾਜਾ ਮੇਦਨੀ ਪ੍ਰਕਾਸ਼ ਜੀ ਦੀ ਰਾਜਧਾਨੀ ਸਰਮੌਰ ਸੀ ਔਰ ਨਾਣ ਉਸੇ ਦਾ ਹਿੱਸਾ ਸੀ। ਨਾਣ ਉਹਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਨੂੰ ਉਦੋਂ ਟਿਕਾਇਆ ਸੀ ਜਦੋਂ ਮਹਾਰਾਜ ਪਾਉਂਟਾ ਸਾਹਿਬ ਗਏ ਸਨ। ਔਰ ਤੁਸੀਂ ਨਾਣ ਜਾਓ, ਬਹੁਤ ਉੱਚੀ ਥਾਂ ਦੇ ਉੱਤੇ ਨਾਣ ਵਸਿਆ ਹੋਇਆ ਹੈ। ਜਦੋਂ ਇੱਧਰੋਂ ਆਪਾਂ ਜਾਂਦੇ ਹਾਂ ਤੇ ਦੂਜੇ ਗੇਅਰ ਵਿੱਚ ਗੱਡੀ ਨੂੰ ਲਿਆਉਣਾ ਪੈਂਦਾ ਕਈਆਂ ਥਾਵਾਂ ਤੇ, ਤਾਂ ਉਹ ਨਾਣ ਵਾਲੇ ਪਾਸੇ ਨੂੰ, ਜਦੋਂ ਨਾਣ ਤੋਂ ਫਿਰ ਪਾਉਂਟਾ ਸਾਹਿਬ ਨੂੰ ਜਾਂਦੇ ਹਾਂ ਫਿਰ ਰੇੜੇ ਪੈ ਜਾਂਦੀ ਹੈ ਗੱਡੀ। ਨਾਣ ਦੇ ਵਿੱਚ ਵੀ ਉਹ ਬਿਲਕੁਲ ਟੀਸੀ ਦੇ ਉੱਤੇ ਗੁਰਦੁਆਰਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ। ਇਹ ਉਹਦੀ ਰਿਹਾਇਸ਼ ਸੀ ਮੇਦਨੀ ਪ੍ਰਕਾਸ਼ ਦੀ। ਉਹਨੇ ਆਪਣੇ ਕੋਲ ਮਹਾਰਾਜ ਨੂੰ ਕਈ ਮਹੀਨੇ ਟਿਕਾਇਆ ਸੀ। ਬਾਅਦ ਵਿੱਚ ਇਸੇ ਇਲਾਕੇ ਦੇ ਵਿੱਚ ਲੋਹਗੜ੍ਹ ਕਿਲਾ ਬਾਬਾ ਬੰਦਾ ਸਿੰਘ ਬਹਾਦਰ ਨੇ, ਤੁਸੀਂ ਨਾਣ ਖੜੇ ਹੋ ਕੇ ਦੇਖੋ ਥੱਲੇ ਨੂੰ ਕਾਲੇ ਅੰਬ ਵਾਲੇ ਪਾਸੇ ਨੂੰ ਮੂੰਹ ਕਰਕੇ, ਤੇ ਉਹ ਸਥਾਨ ਜਿਹੜਾ ਹੈ ਉਹ ਉੱਥੇ ਬਾਬਾ ਜੀ ਨੇ ਆਪਣੀ ਰਾਜਧਾਨੀ ਬਣਾਈ ਸੀ, ਬਾਬਾ ਬੰਦਾ ਸਿੰਘ ਬਹਾਦਰ ਨੇ। ਉਹਦੇ ਵਿੱਚ ਸੁਰੰਗਾਂ ਸਨ ਜਿਹੜੀਆਂ ਦੂਰ ਜਾ ਕੇ ਪਹਾੜਾਂ ਦੀਆਂ ਕੰਦਰਾਂ ਵਿੱਚ ਨਿਕਲ ਜਾਂਦੀਆਂ। ਇਹੀ ਕਾਰਨ ਸੀ ਵੀ ਬਾਬਾ ਜੀ ਉਹਨਾਂ ਦੇ ਕਾਬੂ ਨਹੀਂ ਸਨ ਆਉਂਦੇ, ਉਹਨਾਂ ਨੂੰ ਇਹਨਾਂ ਗੁਫਾਵਾਂ ਦਾ ਬੋਧ ਨਹੀਂ ਸੀ ਵਿਰੋਧੀਆਂ ਨੂੰ। ਉਹ ਵੱਖਰਾ ਵਿਸ਼ਾ ਹੈ। ਕਿਸੇ ਵੇਲੇ ਬਾਬਾ ਜੀ ਦੇ ਜਨਮ ਦਿਨ ਤੇ ਜਾਂ ਸ਼ਹੀਦੀ ਦਿਨ ਤੇ ਆਪਾਂ ਵਿਚਾਰਾਂ ਕਰਾਂਗੇ। ਹੁਣ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਵੀ ਮਹਾਰਾਜ ਨੇ ਕਿਲੇ ਛੱਡ ਦਿੱਤੇ, ਇਦਾਂ ਨਹੀਂ ਛੱਡੇ। ਮਲਕਪੁਰ ਰੰਗੜਾਂ ਵਿੱਚ ਪਹਿਲਾਂ ਤੋਂ ਭਾਈ ਬਚਿੱਤਰ ਸਿੰਘ ਨੂੰ ਇੱਕ 100 ਸਵਾਰ ਦੇ ਕੇ ਮਹਾਰਾਜ ਨੇ ਭੇਜ ਦਿੱਤਾ ਵੀ ਜਿਵੇਂ ਹੀ ਸਰਸਾ ਪਾਰ ਕਰਾਂਗੇ, ਹੋ ਸਕਦਾ ਦੁਸ਼ਮਣ ਅੱਗੇ ਬੈਠਾ ਹੋਵੇ ਔਰ ਉਹ ਨੁਕਸਾਨ ਕਰੇ, ਤੂੰ ਉਹਨੂੰ ਰੋਕਣਾ ਉਹਨਾਂ ਨੂੰ। ਔਰ ਚੰਗੀਆਂ ਪਿੰਡ ਦੇ ਵਿੱਚ ਇੱਕ 100 ਸਵਾਰ ਦੇ ਕੇ ਭਾਈ ਜੀਵਨ ਸਿੰਘ, ਜਿਹੜੇ ਪਹਿਲਾਂ ਭਾਈ ਜੈਤਾ ਜੀ ਸਨ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲਿਆਏ ਸਨ, ਉਹ ਬਾਅਦ ਚ ਅੰਮ੍ਰਿਤ ਛਕ ਕੇ ਭਾਈ ਜੀਵਨ ਸਿੰਘ ਬਣੇ। 100 ਸਵਾਰ ਦੇ ਕੇ ਚੰਗੀਆਂ ਪਿੰਡ ਦੇ ਵਿੱਚ, ਜੋ ਸਰਸਾ ਤੋਂ ਪਰਲੇ ਪਾਸੇ ਹੈ, ਤੇ ਮਲਕਪੁਰ ਰੰਗੜਾ ਜਿਹੜਾ ਸਰਸਾ ਦੇ ਉਰਲੇ ਪਾਸੇ ਹੈ। ਇੱਕ ਹੋਰ ਜਗ੍ਹਾ ਹੈ ਜਿਹਦਾ ਨਾਂ ਹੈ ਹਥੌਣ, ਉਹਨੂੰ ਸ਼ਾਹੀ ਟਿੱਬੀ ਵੀ ਕਹਿੰਦੇ ਨੇ। ਸੱਸੇ ਨੂੰ ਬਿਨਾ ਬਿੰਦੀ ਤੋਂ ਯਈਏ ਕੰਨਾ ਹਾਹੇ ਬਿਹਾਰੀ, ਸ਼ਾਹੀ, ਸ਼ਾਹ ਕਹਿੰਦੇ ਨੇ ਕਾਲੇ ਨੂੰ। ਇੱਥੇ ਇੰਨੇ ਰੁੱਖ ਸਨ, ਹਥੌਣ ਹਾਥੀ ਦੇ ਕੱਦ ਦੀਆਂ ਝਾੜੀਆਂ, ਹਾਥੀ ਦੇ ਕੱਦ ਦਾ ਉੱਚਾ ਉੱਚਾ ਸਰਕੜਾ, ਬਈ ਇੱਥੇ ਹਨੇਰਾ, ਦਿਨ ਵਿੱਚ ਵੀ ਹਨੇਰਾ ਹੀ ਰਹਿੰਦਾ ਸੀ, ਇੰਨੀ ਗ੍ਰੀਨਰੀ ਸੀ। ਇੱਥੇ ਭਾਈ ਉਦੈ ਸਿੰਘ ਨੂੰ ਤੈਨਾਤ ਕੀਤਾ ਗਿਆ। ਇਹਨਾਂ ਦੇ ਨਾਲ ਵੀ ਇੱਕ ਟੀਮ ਹੈ। ਫਿਰ ਮੈਂ ਇੱਕ ਵਾਰ ਧਿਆਨ ਆਪ ਜੀ ਦਾ ਦਵਾਵਾਂ, ਵਹੀਰ ਨੇ ਬਾਹਰ ਨਿਕਲਣਾ ਹੈ ਸਰਸਾ ਤੋਂ ਪਾਰ। ਜੇ ਅਨੰਦਪੁਰ ਸਾਹਿਬ ਵੱਲੋਂ ਵੇਖੀਏ ਤੇ ਦੂਜੇ ਪਾਸੇ, ਇੱਧਰ ਜਿੱਧਰ ਆਪਾਂ ਬੈਠੇ ਆ ਤੇ ਸਰਸਾ ਦੇ ਉਰਲੇ ਪਾਸੇ ਮਲਕਪੁਰ ਰੰਗੜਾ। 100 ਸਵਾਰ ਹੈ ਭਾਈ ਬਚਿੱਤਰ ਸਿੰਘ ਕੋਲ। ਇਹ ਭਾਈ ਮਨੀ ਸਿੰਘ ਦੇ ਸਪੁੱਤਰ ਨੇ। ਭਾਈ ਉਦੈ ਸਿੰਘ ਜਿਹੜੇ ਸ਼ਾਹੀ ਟਿੱਬੀ ਤੇ ਨੇ, ਉਹ ਵੀ ਭਾਈ ਮਨੀ ਸਿੰਘ ਦੇ ਸਪੁੱਤਰ ਨੇ, ਜਿਨ੍ਹਾਂ ਨੂੰ ਲਾਹੌਰ ਦੇ ਨਖਾਸ ਚੌਂਕ ਵਿੱਚ ਸ਼ਹੀਦ ਕੀਤਾ ਸੀ। ਔਰ ਬਾਅਦ ਵਿੱਚ ਜਿਹੜੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਵੀ ਬਣੇ ਸਨ ਗੁਰੂ ਗੋਬਿੰਦ ਸਿੰਘ ਦੇ ਜੋਤੀ ਜੋਤ ਸਮਾਨ ਤੋਂ ਬਾਅਦ, ਮਾਤਾ ਸਾਹਿਬ ਕੌਰ ਨੇ ਉਹਨਾਂ ਨੂੰ ਹੈੱਡ ਗ੍ਰੰਥੀ ਨਿਯੁਕਤ ਕੀਤਾ ਸੀ ਦਰਬਾਰ ਸਾਹਿਬ ਦਾ। ਸਾਧ ਸੰਗਤ ਜੀ, ਇਹ ਉਹਦੇ ਸਪੁੱਤਰ ਨੇ ਭਾਈ ਬਚਿੱਤਰ ਸਿੰਘ ਤੇ ਭਾਈ ਸਾਹਿਬ ਭਾਈ ਉਦੈ ਸਿੰਘ ਜੀ। ਭਾਈ ਜੀਵਨ ਸਿੰਘ ਨੂੰ ਤੁਸੀਂ ਸਾਰੇ ਜਾਣਦੇ ਹੋ, ਉਹ ਸਰਸਾ ਦੇ ਉਸ ਪਾਸੇ ਚੰਗੀਆਂ ਪਿੰਡ ਦੇ ਵਿੱਚ 100 ਸਵਾਰ ਦੇ ਨਾਲ ਤੈਨਾਤ ਨੇ। ਕੁੱਲ ਸਿੰਘ ਜਿਹੜੇ ਨੇ ਮਹਾਰਾਜ ਕੋਲ ਘੱਟ ਤੋਂ ਘੱਟ 500 ਨੇ, ਵੱਧ ਤੋਂ ਵੱਧ 600 ਨੇ। 500 ਤੋਂ ਘੱਟ ਨਹੀਂ ਤੇ 600 ਤੋਂ ਵੱਧ ਵੀ ਨਹੀਂ। ਕਰੈਕਟ ਜੋ ਸਾਡੇ ਕੋਲ ਗਿਣਤੀ ਹੈ ਉਹ ਨਹੀਂ ਹੈ। ਮੈਂ ਇਹ ਵੀ ਬੇਨਤੀ ਕਰਾਂ, ਸਾਡੇ ਕੋਲ ਉਹਨਾਂ ਸਾਰੇ ਸ਼ਹੀਦਾਂ ਦੇ ਨਾਂ ਨੇ ਤੇ ਨਾ ਹੀ ਸਾਡੇ ਕੋਲ ਥਾਂ ਨੇ। ਇਤਿਹਾਸ ਨੂੰ ਸਾਂਭਣ ਦੇ ਮਾਮਲੇ ਵਿੱਚ ਅਜੇ ਸਿੱਖਾਂ ਨੇ ਇੱਕ ਪੂਣੀ ਵੀ ਨਹੀਂ ਕੱਤੀ। ਅਜੇ ਬਹੁਤ ਕੁਝ ਖੋਜ ਅਧੀਨ ਬਾਕੀ ਹੈ। ਖੈਰ, ਹੁਣ ਇਹ ਬਿਉਂਤਬੰਦੀ ਹੈ, ਗੁਰੂ ਗੋਬਿੰਦ ਸਿੰਘ ਦੀ ਰਣਨੀਤੀ ਹੈ। ਹੁਣ ਜਿਹੜੀ ਮੈਂ ਅਗਲੀ ਗੱਲ ਦੱਸਣੀ ਹੈ, ਰੌਂਗਟੇ ਖੜੇ ਕਰਨ ਵਾਲੀ ਹੈ। ਭਾਈ ਬਚਿੱਤਰ ਸਿੰਘ ਨੂੰ ਮਲਕਪੁਰ ਰੰਗੜਾ ਘੱਲ ਦਿੱਤਾ ਹੈ। ਚੰਗੀਆਂ ਪਿੰਡ 'ਚ ਜੀਵਨ ਸਿੰਘ ਨੇ, ਹਥੌਣ ਭਾਈ ਉਦੈ ਸਿੰਘ ਨੇ। ਵਹੀਰ ਨੇ ਨਿਕਲਣਾ ਹੈ। ਜਿਵੇਂ ਹੀ ਵਹੀਰ ਨੇ ਨਿਕਲਣਾ, ਦੁਸ਼ਮਣ ਨੇ ਪਿੱਛੋਂ ਹੱਲਾ ਕਰਨਾ ਹੈ। ਮਹਾਰਾਜ ਨੂੰ ਪਤਾ ਹੈ
ये नहीं भी कल्ले वो मनोविग्यानी ने, वो रणनीति च माहर ने, वो सतगुरु भी है, वो अंतरजामी भी है। वहीर नूं सब तो पिछों आके दुश्मन हल्ला ना करे, ओनू रोकण वास्ते किनू तैनात किया आप जी नूं पता है? साहिबजादा अजीत सिंह नूं। सब तो ज्यादा रिस्की काम यह सी, इस वहीर नूं बचा के लिजाना, इस खिते चों कढ़ना। इहदे विच जिहड़ियां 4 टीमां बणीਆਂ ने, उन्हां 4 टीम्स कमांडर दे विचों सब तो रिस्की, सब तो औखा जिहड़ा काम है वो किहनूं सौंपिया? साहिबजादा अजीत सिंह नूं। और एज किन्नी है? जिन्हों अजकल की बोली तुसीं टीनेजर कहिंदे हो। वेख लो, जन्मदिन कढ़ के, शहीदी दिन कढ़ के साहिबजादे दा, भावें वो बिल्कुल बॉर्डर ते खड़े ने, पर वो अजे टीनेजर ने। इस उम्र दे विच असीं जिहड़े गृहस्थी हाँ, बच्चों नूं किन्ना मोह करने आ, किन्ना लाड करने आ, किवें बचा बचा के रखने आ। एवें नहीं कहंदा अल्लाह यार खां जोगी, करतार की सौगंध है, नानक की कसम है, जितनी भी हो तारीफ गोबिंद की वो कम है। बड़ा निर्मोही सतगुरु है। हरचंद मेरे हाथ में पुरजोर कलम है, लेकिन सतगुर के लिखूं वसफ कहां ताबे रकम है। मेरी कलम विच ताकत नहीं, मैं पूरी पूरी गुरु गोबिंद सिंह की तारीफ लिख सकां। जदों बसी पठाना नाम का पिंड, जो मालपुर तो थोड़ा जिहा परां है, उथों दे एक ब्राह्मण जिहदा मकलावा लैके अपनी इस्त्री दा जा रहा सी, उहदी डोली पठान ने खोली सी, ते महाराज ने उदों भी साहिबजादा अजीत सिंह नूं कहा सी भी बेटा हनेरा हो गया है, हनेरे विच ही जाना है, हनेरे विच ही आउणा है। उस बच्ची नूं लियाउणा है और उस दुष्ट नूं भी लियाउणा है। हनेरी वांगू बाबा जी गए, तूफान वांगू आसा की वार दा कीर्तन हो रहा सी, और सजे दरबार विच महाराज ने उन्होंने दुष्ट नूं और उस बच्ची नूं दोवां नूं पेश कर दिता सी, महज 17-18 साल की उम्र विच। ये रिस्की काम, ये जोखम भरिया काम, ये खतरनाक काम भी इस निर्मोही बाप ने अपने ही पुत्र नूं सुपुर्द कीता सी। एवें नहीं लोकी कहिंदे धन गुरु गोबिंद सिंह, आखो धन गुरु। ये निर्मोही बाप है। ये पुत्रां दियां जदों लाशां घोड़ियां तो पुआंटलियां खा के डिगदियां ने, अख नहीं गिल्ली करदा, ये जयकारे छड्डदा। रूहे जमीन दे उत्ते कोई समाजिक आगू, कोई राजनीतिक आगू, कोई धार्मिक आगू तुसीं इस तरह का नहीं वेख्या होवेगा। खैर, हुण सच्चे पातशाह धन गुरु गोबिंद सिंह महाराज ने ब्योंतबंदी बनाई। सरसा नदी के किनारे जंग हो रहा है, ऐसा नहीं, सेम टाइम 4 जगह ते जंग हो रहा है। पिछे बाबा अजीत सिंह वहीर नूं रोक रहे ने, उधर भाई उदय सिंह 50 सिंघां समेत शाही टिब्बी हथाउण दे इलाके च जूझ रहे ने, और जूझदे समेत 50 सिंघां दे भाई उदय सिंह जी उत्थे शहीद हो जाते हैं। क्यों? क्योंकि दूजे पासे ये अनबैलेंस वार है। बराबर नूं असीं ठेठ पंजाबी च सावां कहने आ, सावां। ये असावी जंग है, असावी जंग। उंज इहनूं करबला नाल भी लोकी तरजीह देंदे ने, जिहदे च हज़रत मुहम्मद साहब दा 283 हुसैन, उहदे नाल 70 सैनिक सन, मुकाबले ते 2-3 हज़ार सैनिक सन। इत्थे 40 ने, मुकाबले ते कई लाख ने। कत्ले हुसैन दरअसल मरकज यजीद था। इस्लाम जिंदा होता है हर करबला के बाद। अल्लामा इकबाल कहता है भी जदों जदों जंग हुंदा है, इस्लाम नूं ताकत मिलती है, इस्लाम सरजीत हो जाता है, इस्लाम अपडेट हो जाता है। शहीद कौम नूं ताज़ा कर जाते हैं। पर फिर भी ये करबला की जंग नूं इहदे नाल नहीं, हुसैन ते विआहिया होया सी, उहदे छोटे छोटे 2 बच्चे भी सन। फिर वो यजीद के सामने घोड़े तो उतर के हाथ जोड़ के खड़ा हो गया, यजीद तू भी मुसलमान है, मैं भी मुसलमान हाँ, तुसी सुन्नी हो, असी सिया वां, तुहाडा भी पैगंबर मुहम्मद है, साडा भी पैगंबर मुहम्मद है, थोड़े जे विचारां दे मतभेद ने, मेरी जान बख्श दिओ। पर यह सच है भी उन्हें जान नहीं, बड़ा कोह के उन्होंने हुसैन नूं कतल किया सी करबला दे जंग विच, ठीक अभिमन्यु वांगू।
ठीक साहिबजादा अजीत सिंह ते जुझार सिंह वांगू। ये सच्चाई है बई बड़ी बेरहमी नाल उन्हां ने हुसैन दा करबला दे जंग विच कतल कीता सी यजीद ने और उहदे साथियां ने। पर करबला दे नाल इहनूं कंपेयर नहीं कीता जा। ये करबला तो भी अगली गल है। ये इस करके नहीं भी मैं सिख प्रचारक हां तां कह रहा, ये सच्चाई है। 4 जगह ते सेम टाइम जंग हो रही है और जंग करदियां करदियां भाई उदय सिंह अपने साथियां समेत शहीदी जाम पी जाते हैं। भावें भाई जीवन सिंह का गुरुद्वारा इत्थे चमकौर साहब गढ़ी साहब ते कतलगढ़ साहब की गुठ जी तकोनी दे विच बनाया है, दूजे पासों रस्ता है, पर इतिहास विच जिहड़े स्रोत ने भाई जीवन सिंह जी भी जंग करते करते सरसा के किनारे ही शहीदी का जाम पी जाते हैं। और हुण वहीर नूं पिछों जिहड़ा हल्ला कीता है उहनूं रोकण वास्ते साहिबजादा अजीत सिंह ने कमान संभाली हुई है। महाराज गुरु गोबिंद सिंह अगे ने, उन्हां दे नाल गुरु के महल ने, माता गुजर कौर ने, वड्डे छोटे साहिबजादे ने, जिन्हां विचों कल्ले साहिबजादा अजीत सिंह पिछे ने, उन्हां दे नाल 94 होर सेनापति भी ने, जथेदार भी ने। और इस प्रकार उन्हीं दिनी सरसा विच पहाड़ां विच मींह पैण करके पानी आया सी। और सत्संग दे जिहड़े नाले ने ना, एक नाला नहीं गा, कई 100 नाला है, जिन्हां विच मारकंडा है, टांगरी नदी है, घग्गर है, शिशवा है, बुद्धती है, सिरसा है। और तुसी ये पायल दे नाल नाल गढ़वाल तक चले जाओ और उधरों जम्मू कश्मीर तक चले जाओ, इस तरह के नाले सैकड़ियां की गिनती विच ने। इन्हां विच 1 दिन 2 दिन 3 दिन पानी आउंदा। पर मैं इन्हां नालियां दे विचों पैदल लंघे आया वां, वगदियां दे विचों भी ते कंढे खलो के भी वेखे। इन्हां दी एक खासियत है जिहड़ी मैं नोटिस कीती है। हुण जे तुसी शिशवा, बुद्धती, सिरसा इन्हां दी गल करो, सतलुज रोपड़ तो इस पासों निकल आउंदा ते ये नाले इधरों दी रोपड़ दे उत्तों दी हो के अगे आके सतलुज दे विच ही डिग पैंदे ने। कित्थे बेले तो पहला, चौंते पिंड तो पहला जिथे मिशनरी कॉलेज बनया है, वो असल च निर्जर जंगल विच ही बनाया गया सी ताकि एकाग्रता बने, रौला रप्पा ना होवे, चीख चहाड़ा ना होवे, पढ़न पढ़ाउण विच सुविधा होवे। हुण थोड़ी जी उत्थे चहल पहल हो गई। इदों पहला ये नाले इधरों परिक्रमा करके सतलुज विच डिग पैंदे। इन्हां दी एक खासियत है, ये हुंदे थोड़ चिरे ने, पर इन्हां च पानी बहुत ज़्यादा मिकदार विच आउंदा है और बड़ी तेजी नाल आउंदा है। जे तुसी होर पिछे चले जाओ तो 5-5, 10-10, 15-15 किलो के पत्थरां नूं अपने नाल रोड़ के लियाउंदे ने। इन्हां वहा तेज हुंदा है, लिहाजा इस वहा विच बहुत सारे सिंह बह गए। विद्यासागर ग्रंथ भी इहदे विच रुड़ गया, कीमती साजो समान भी इहदे विच रुड़ गया। मुकदी गल भी इस सरसा नदी ने, नाले ने गुरु गोबिंद सिंह महाराज की वहीर का जानी माली नुकसान बहुत ज़्यादा किया। हफड़ा दफड़ी मच गई, परिवार 3 हिस्सों में डिवाइड हो गया। एक पासे गुरु गोबिंद सिंह जी, उन्हां दे नाल साहिबजादा अजीत सिंह, जुझार सिंह, भाई हिम्मत सिंह, मोहकम सिंह, फतेह सिंह, काठा सिंह नूं कोठा सिंह भी लिखिया, मुकंद सिंह, देवा सिंह, संत सिंह, संगत सिंह। इस प्रकार 40 सिंह एक पासे ने। एक पासे माता गुजर कौर जी ते बाबा जोरावर सिंह, फतेह सिंह विछड़ जाते हैं। एक पासे भाई मनी सिंह इत्यादक ते गुरु के महल जेड़े ने। ये 3 हिस्सों परिवार डिवाइड हो जाता है। कुछ सिंह रुड़ जाते हैं। रुड़े हुए सिंघां विचों भी कुछ सिंह अगां जाके सरसा विचों बाहर निकलण विच कामयाब हो जाते हैं, जेड़े गांह जाके फिर महाराज नूं मालवे विच मिलते हैं भी महाराज असीं बच गए सां। उन्हां दी गिनती बहुत थोड़ी है। हुण इत्थे सुरत नूं खिंडण ना दिया जे। अज दा दिन चमकौर दे साके नाल संबंधित है। अज तुसीं माता गुजर कौर ते छोटे साहिबजादे किधर गए, की वापरिया, सुरत नूं उधर भी ना जाण दिओ कि गुरु के महिलां वाल भी ना जाण दिओ। सुरत नूं एक विषय वाले पासे ही लैके आवो। बाकी विचार आउण वाले दिनां च आपां करांगे। गुरु गोबिंद सिंह महाराज सरसा नदी पार जदों करदे ने ते उन्हां दे नाल अटे सटे 50 सिंह ने, 40 नहीं, क्योंकि सरसा तो लैके रोपड़ तक जंग हो रहा है। साहिबजादा अजीत सिंह उन्होंने रोक रहे हैं। ऐसा नहीं भी कोई इस तरह की कमिटमेंट है भी सरसा नदी तो पार जाके असीं जंग नहीं करांगे। वो तो चमकौर साहब तक पिछे गए।
ਉੱਥੇ ਮੁਕਤਸਰ ਸਾਹਿਬ ਜਿਹਨੂੰ ਖਦਰਾਣੇ ਦੀ ਢਾਬ ਕਹਿੰਦੇ, ਉੱਥੋਂ ਤੱਕ ਮਗਰ ਗਏ। ਵਜ਼ੀਰ ਖਾਨ ਸੂਬਾ ਸਰਹੰਦ ਨੇ ਤੇ 2 ਪਠਾਣਾਂ ਨੂੰ ਮਹਾਰਾਜ ਦੀ ਸੁਪਾਰੀ ਦੇ ਕੇ ਨੰਦੇੜ ਤੱਕ ਭੇਜਿਆ, ਔਰ ਮਹਾਰਾਜ ਦੇ ਜੋਤੀ ਜੋਤ ਸਮਾਨ ਦਾ ਕਾਰਨ ਉਹ 2 ਪਠਾਣ ਹੀ ਬਣੇ ਜਿਨ੍ਹਾਂ ਨੇ ਹਜ਼ੂਰ ਦੀ ਵੱਖੀ 'ਚ ਖੰਜਰ ਮਾਰਿਆ ਸੀ। ਤਾਂ ਉਹਨਾਂ ਨੇ ਖਹਿੜਾ ਨਹੀਂ ਛੱਡਿਆ, ਸਰਸਾ ਨਦੀ ਦੇ ਪਾਰ ਵੀ ਹੋ ਗਏ। ਔਰ ਸਾਧ ਸੰਗਤ ਲੜਦਿਆਂ ਲੜਦਿਆਂ ਇਸ ਪ੍ਰਕਾਰ ਹਜ਼ੂਰ ਰੋਪੜ ਪਹੁੰਚ ਜਾਂਦੇ ਨੇ। ਹੁਣ ਮਹਾਰਾਜ ਕੋਲ 40 ਸਿੰਘ ਨੇ। ਇੱਕ ਪਰਿਵਾਰ ਹੈ ਬੜਾ ਪੁਰਾਣਾ ਗੁਰੂ ਘਰ ਦਾ ਸ਼ਰਧਾਲੂ, ਉਹਨਾਂ ਵਿੱਚੋਂ ਇੱਕ ਜਾਨ ਉੱਥੇ ਬਚੀ ਹੈ, ਉਹਦਾ ਪਰਿਵਾਰ ਹੈ ਜਿਹਦਾ ਨਾਂ ਹੈ ਨਿਹੰਗ ਖਾਨ। ਨਿਹੰਗ ਖਾਨ ਜਿੱਥੇ ਉਹ ਰਹਿੰਦਾ ਸੀ ਉਹਦੀ ਜਗ੍ਹਾ ਦਾ ਨਾਂ ਪੈ ਗਿਆ ਕੋਟਲਾ ਨਿਹੰਗ ਖਾਨ। ਭੱਠਾ ਸਾਹਿਬ ਜਾਂ ਭੱਠਾ ਸਾਹਿਬ ਦੇ ਨੇੜੇ ਜਿਹੜਾ ਫਾਟਕ ਹੈ, ਕੁਝ ਵਿਦਵਾਨ ਕਹਿੰਦੇ ਨੇ ਭੱਠਾ ਸਾਹਿਬ ਹੋਰ ਜਗ੍ਹਾ ਹੈ, ਉੱਥੋਂ ਥੋੜੀ ਜੀ ਦੂਰੀ ਤੇ, ਜਿਵੇਂ ਇੱਥੋਂ ਆ ਬਰੇਟਾ ਹੈ ਇਹਦੂ ਡਬਲ ਲਾ ਲਓ, ਉੱਥੇ ਉਹਦੀ ਜਗ੍ਹਾ ਸੀ ਜਿੱਥੇ ਉਹਦਾ ਨਿਵਾਸ ਸੀ। ਮਹਾਰਾਜ ਉੱਥੇ ਗਏ, ਉਹਨੇ ਆਓ ਭਗਤ ਕੀਤੀ, ਡਰਿਆ ਨਹੀਂ, ਘਬਰਾਇਆ ਨਹੀਂ। ਮਹਾਰਾਜ ਨੇ ਸਾਰੀ ਵਿਥਿਆ ਦੱਸੀ, ਕਹਿਣ ਲੱਗਾ ਹਜ਼ੂਰ ਸਾਰੀ ਵਿਥਿਆ ਦਾ ਮੈਨੂੰ ਪਤਾ ਹੈ, ਇਸ ਵੇਲੇ ਸਿੰਘ ਜ਼ਖਮੀ ਨੇ, ਭਿੱਜੇ ਹੋਏ ਨੇ, ਭੁੱਖੇ ਨੇ, ਪਿਆਸੇ ਨੇ। ਸਭ ਤੋਂ ਪਹਿਲਾਂ ਤੁਸੀਂ ਇੱਥੇ ਬਸਤਰ ਸੁਕਾਓ, ਪ੍ਰਸ਼ਾਦਾ ਪਾਣੀ ਛਕੋ, ਇੱਥੇ ਡਟੋ, ਦੁਸ਼ਮਣ ਆਵੇਗਾ ਮੁਕਾਬਲਾ ਕਰਾਂਗੇ, ਵੇਖੀ ਜਾਵੇਗੀ ਜੋ ਹੋਵੇਗੀ। ਮਹਾਰਾਜ ਕਹਿਣ ਲੱਗੇ ਨਹੀਂ, ਅਸੀਂ ਇੱਥੇ ਨਹੀਂ ਅਟਕਣਾ, ਕਿਉਂਕਿ ਯੁੱਧ ਦੀ ਰਣ ਦੀ ਨੀਤੀ ਤੋਂ ਇਹ ਜਗ੍ਹਾ ਸਾਡੇ ਵਾਸਤੇ ਮਹਿਫੂਜ਼ ਨਹੀਂ। ਹੁਣ ਵੇਖੋ, ਮੈਂ ਸ਼ਾਇਦ ਕੱਲ ਬੇਨਤੀ ਕੀਤੀ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿੰਨੇ ਵੀ ਜੰਗ ਕੀਤੇ, ਉਹ ਜਿੱਥੇ ਉਹ ਕਰਨੇ ਚਾਹੁੰਦੇ ਸਨ ਉੱਥੇ ਕੀਤੇ, ਜਿੱਥੇ ਦੁਸ਼ਮਣ ਕਰਾਉਣਾ ਚਾਹੁੰਦਾ ਸੀ ਉੱਥੇ ਨਹੀਂ ਕੀਤੇ। ਚਮਕੌਰ ਦੀ ਭੂਗੋਲਿਕ ਪ੍ਰਸਥਿਤੀ ਨੂੰ ਇੱਕ ਵਾਰੀ ਪਹਿਲਾਂ ਮਹਾਰਾਜ ਵੇਖ ਗਏ ਨੇ, ਜਦੋਂ ਹਰਿਦੁਆਰ ਕੁਰਕਸ਼ੇਤਰ ਪ੍ਰਚਾਰ ਕਰਦੇ ਹੋਏ ਵਾਪਸ ਆਏ ਸਨ, ਤੇ ਸੈਦ ਖਾਂ ਤੇ ਅਲਫ ਖਾਂ, ਇਹ 5-5 ਹਜ਼ਾਰੀ 2 ਜਰਨੈਲ ਸਨ, ਇਹਨਾਂ ਨੇ ਇੱਥੇ ਯੁੱਧ ਕੀਤਾ ਸੀ। ਸੈਦ ਖਾਂ ਤੇ ਮਹਾਰਾਜ ਦੇ ਦਰਸ਼ਨ ਕਰਕੇ ਸ਼ਰਧਾਲੂ ਬਣ ਗਿਆ, ਤੇ ਅਲਫ ਖਾਂ ਨੇ ਸੋਚਿਆ ਵੀ ਸਾਡੀ 10,000 ਫੌਜ ਚੋਂ 5,000 ਤੇ ਉਂਝ ਹੀ ਗੁਰੂ ਵੱਲ ਚਲੀ ਗਈ ਏ, ਤੇ ਗੁਰੂ ਕੋਲ ਪਹਿਲਾਂ ਵੀ ਫੌਜ ਏ, ਤੇ ਗੁਰੂ ਆਪ ਬੜਾ ਲੜਾਈ ਵਿੱਚ ਨਿਪੁੰਨ, ਲੜਾਕਾ ਬੜਾ, ਤੇ ਹੁਣ ਮੇਰੀ ਕੀ ਪੇਸ਼ ਜਾਣੀ ਹੈ। ਅਲਫ ਖਾਂ ਉੱਥੋਂ ਰੁਖਸਤ ਹੋ ਗਿਆ ਸੀ। ਪਹਾੜੀਆਂ ਨੇ ਇਹਨਾਂ ਨੂੰ ਹਾਇਰ ਕਰਕੇ ਆਂਦਾ ਸੀ, ਲਾਲਚ ਦੇ ਕੇ ਵੀ ਥੋੜੀ ਜੀ ਫੌਜ ਨਾਲ ਮਾਈਆਂ ਵੀ ਨੇ, ਬੱਚੇ ਵੀ ਨੇ, ਬਿਰਧ ਵੀ ਨੇ, ਹੁਣ ਲੜਨਾ ਸੌਖਾ ਹੈ, ਤੇ ਜੇ ਤੁਸੀਂ ਗ੍ਰਿਫਤਾਰ ਕਰ ਲਿਓ ਜਾਂ ਮਾਰ ਦਿਓ ਅਸੀਂ ਤੁਹਾਨੂੰ ਭਾਰੀ ਇਨਾਮ ਦੇਵਾਂਗੇ। ਉਹ ਕਾਮਯਾਬ ਨਹੀਂ ਸਨ। ਪਰ ਮਹਾਰਾਜ ਨੇ ਚਮਕੌਰ ਦੀਆਂ ਭੂਗੋਲਿਕ ਪ੍ਰਸਥਿਤੀਆਂ ਨੂੰ ਚੰਗੀ ਤਰ੍ਹਾਂ ਭਾਫ ਲਿਆ ਸੀ ਵੀ ਯੁੱਧ ਦੀ ਨੀਤੀ ਤੋਂ ਇਹ ਜਗ੍ਹਾ ਜਿਹੜੀ ਹੈ ਬੜੀ ਮਹਿਫੂਜ਼ ਹੈ। ਸਤਲੁਜ ਦਾ ਛੰਭ ਸੀ, ਇਹ ਜਿਹੜੀ ਤੁਸੀਂ ਨਹਿਰ ਦੇਖਦੇ ਹੋ ਇਹ ਉਦੋਂ ਨਹੀਂ ਸੀ, ਇਹ ਚਮਕੌਰ ਸਾਹਿਬ ਦੇ ਨਾਲੋਂ ਖਹਿ ਕੇ ਲੰਘਦੀ ਹੈ, ਪਰ ਇਹਦਾ ਵਜੂਦ ਬਾਅਦ ਵਿੱਚ ਆਇਆ। ਹੁਣ ਕੋਟਲਾ ਨਿਹੰਗ ਖਾਨ ਮਹਾਰਾਜ ਇਸ ਤਰ੍ਹਾਂ ਬਚਨ ਕਰ ਰਹੇ ਨੇ, ਮੈਸੇਜ ਆਇਆ ਵੀ ਸੱਚੇ ਪਾਤਸ਼ਾਹ ਜਿਹੜਾ ਮਲਕਪੁਰ ਰੰਗੜਾ ਵਿੱਚ ਭਾਈ ਬਚਿੱਤਰ ਸਿੰਘ ਤੈਨਾਤ ਕੀਤੇ ਗਏ ਸਨ, ਭਾਈ ਬਚਿੱਤਰ ਸਿੰਘ ਦੇ 100 ਸਾਥੀ ਸ਼ਹੀਦ ਹੋ ਗਏ ਨੇ ਤੇ ਭਾਈ ਸਾਹਿਬ ਜ਼ਖਮੀ ਹਾਲਤ ਵਿੱਚ ਨੇ, ਰੈਸਕਿਊ ਕਰਨਾ ਚਾਹੀਦਾ। ਫਿਰ ਮਹਾਰਾਜ ਨੇ ਸੇਵਾ ਲਾਈ, ਜਿਹੜੇ 40 ਸਿੰਘ ਸਨ ਉਹਨਾਂ ਵਿੱਚੋਂ, ਤੇ ਫਿਰ ਮੈਂ ਬੇਨਤੀ ਕਰਾਂ, ਇਹ ਸੇਵਾ ਲੱਗੀ ਸਾਹਿਬਜ਼ਾਦਾ ਅਜੀਤ ਸਿੰਘ ਦੀ। ਬੇਟਾ ਤੂੰ ਭਾਈ ਬੁੱਢਾ ਸਿੰਘ ਨੂੰ ਨਾਲ ਲੈ ਕੇ ਜਾਣਾ ਹੈ ਔਰ ਭਾਈ ਬਚਿੱਤਰ ਸਿੰਘ ਨੂੰ ਉੱਥੋਂ ਕੱਢ ਕੇ ਲਿਆਉਣਾ। ਇਹ ਵੀ ਬੜਾ ਰਿਸਕੀ ਕੰਮ ਸੀ। ਸਾਹਿਬਜ਼ਾਦਾ ਅਜੀਤ ਸਿੰਘ ਉੱਥੋਂ ਜ਼ਖਮੀ ਹਾਲਤ ਵਿੱਚ ਭਾਈ ਬਚਿੱਤਰ ਸਿੰਘ ਨੂੰ ਲੈ ਕੇ ਆਉਂਦੇ ਨੇ। ਇਹ ਬੜੀ ਲੰਬੀ ਦਾਸਤਾਨ ਹੈ। ਉਹ ਕੋਟਲਾ ਨਿਹੰਗ ਖਾਂ ਹੀ ਰਹਿੰਦਾ, ਉਪਚਾਰ ਕਰਦੇ ਨੇ, ਉੱਥੇ ਉਹਨਾਂ ਨੂੰ ਸੂਹ ਮਿਲ ਜਾਂਦੀ ਹੈ, ਉਹ ਪਤਾ ਲੈਣ ਆਉਂਦੇ ਨੇ। ਤੋ ਇਸ ਪ੍ਰਕਾਰ ਉਹਦੀ ਇੱਕ ਬੇਟੀ ਹੈ ਮੁਮਤਾਜ਼, ਜਦੋਂ ਉਹ ਨਹੀਂ ਮੰਨਦੇ, ਉਹਦਾ ਪ੍ਰਭਾਤ ਹੈ ਚੰਗਾ, ਉਹ ਕਹਿੰਦੇ ਤਲਾਸ਼ੀ ਲੈਣੀ ਹੈ, ਉਹ ਘਰ ਦੀ ਤਲਾਸ਼ੀ ਦਵਾਉਂਦਾ ਹੈ, ਤੇ ਫਿਰ ਉਹ ਕਹਿੰਦਾ ਵੀ ਇਸ ਕਮਰੇ ਵਿੱਚ ਨਾ ਜਾਓ, ਇੱਥੇ ਮੇਰੀ ਧੀ, ਬੇਟੀ ਤੇ ਮੇਰਾ ਦਮਾਦ ਜਿਹੜੇ ਨੇ ਉਹ ਆਰਾਮ ਕਰ ਰਹੇ ਨੇ। ਉਸ ਕਮਰੇ ਵਿੱਚ ਤੇ ਉਹ ਨਹੀਂ ਗਏ, ਪਰ ਐਸਾ ਕਹਿਣ ਨਾਲ ਭਾਈ ਬਚਿੱਤਰ ਸਿੰਘ ਦੀ ਜਾਨ ਬਚ ਗਈ, ਔਰ ਉਸ ਮੁਸਲਮਾਨ ਬੱਚੀ ਮੁਮਤਾਜ਼ ਨੇ ਤਾ ਉਮਰ ਸ਼ਾਦੀ ਵੀ ਨਹੀਂ ਕਰਵਾਈ। ਭਾਈ ਸਾਹਿਬ ਤੇ ਬਾਅਦ ਵਿੱਚ ਚਲਾਣਾ ਕਰ ਗਏ ਕਿਉਂਕਿ ਬਹੁਤ ਜ਼ਿਆਦਾ ਜ਼ਖਮੀ ਸਨ। ਤੋ ਉਹ ਇੱਕ ਵੱਖਰੀ ਦਾਸਤਾਨ ਹੈ। ਜੇ ਮੈਂ ਉਧਰ ਨੂੰ ਚੱਲਿਆ ਤੇ ਸਮਾਂ ਸਾਰਾ ਉਧਰ ਲੱਗ ਜਾਣਾ ਹੈ। ਹੁਣ ਹਜ਼ੂਰ ਨੇ ਉੱਥੋਂ ਜਿਹੜਾ ਪੰਧ ਸ਼ੁਰੂ ਕੀਤਾ, ਰਸਤੇ ਵਿੱਚ 2-3 ਜਗ੍ਹਾ ਇਤਿਹਾਸਕਾਰਾਂ ਨੇ ਲਿਖੀਆਂ ਨੇ ਜਿੱਥੇ ਥੋੜਾ ਥੋੜਾ ਅਟਕੇ, ਤੇ ਚਮਕੌਰ ਦੇ ਇਸ ਪਾਸੇ ਜਦੋਂ ਚਮਕੌਰ ਤੋਂ ਮੋਰਿੰਡੇ ਨੂੰ ਰੋਡ ਨਿਕਲਦੀ ਏ,
उस मरिंडे तो थोड़ा जिहा इधर नूं रोपड़ वाल नूं मूँह करके वेखो, उत्थे एक बाग हुंदा सी। उस बाग विच महाराज ने उतारा, क्योंकि कोई टेक चाहिदी है, ओट चाहिदी है। आखिर दुश्मन घेर लै ते दरख्तां दी ओट भी थोड़े तीरां नूं गोलियां नूं रोकदी है। संघने संघने रुख ने, उत्थे हुण हजूर 40 ਸਿੰਘਾਂ ਸਮੇਤ आ गए ने। महाराज दे कपड़े लहू नाल पानी नाल भिजे हुए ने, दस्तार भी भिजी हुई है, जूड़ा भी भिजा होया है, और तीर चला चला के ना साध संगत जंग दे विच ते सारा शरीर जिहड़ा है वो थकावट महसूस कर रहा है। महाराज हेठां बैठ जाते ने जमीन ते, एक रुख है ਉਹਦਾ ਪਿੱਛੇ ਟੇਕ ਲਾ ਕੇ इस तरह थोड़े ਜਿਹੇ इदां हो जाते हैं। सामने साहब अजीत सिंह, जुझार सिंह, दया सिंह, धर्म सिंह, पंजे प्यारे होर अलखते जिगर सिख। तो महाराज कहते ने भाई दया सिंह नूं, भाई साहब इत्थों का एक जिमींदार है जिहदा नाम है बुद्धि चंद रावत, ਉਹਦੇ छोटे भरा का नाम है गरीब चंद रावत। बुद्धि चंद नूं सद के लिया। भाई साहब ने खबर दी, बुद्धि चंद दौड़िया दौड़िया आया, उन्हें हजूर दे चरनां ते नमस्कार की। आख्या महाराज धन भाग तुसी आए हो, दास दे घर चरण पाओ ते जल पानी छको। महाराज ने आख्या बुद्धि चंद तेरा जिहड़ा घर है वो संघनी वसों दे विच है, आम सिविलियन लोग उत्थे रहिंदे ने, साडे पिछे शाही लश्कर लगा होया है, पहाड़ी राजे लगे हुए ने, लिहाजा वो इत्थे पहुँच गए तो तुहाडी जान माल का नुकसान होवेगा। इस वास्ते मैनू पता है भी तेरी इस पिंड दे विच बार-बार हवेली है, असी तेरी उस हवेली विच जाना चाहते हैं। सतबचन महाराज हवेली मेरी कादी है, हवेली तो तुहाडी है। इतिहासकार ये भी कहते हैं भी उस हवेली विच उतारा करवा के इन्हें यथाशकत सेवा भी की। गर्म दुध छकाया, कई दिनों का फाका सी, लंगर पानी भी छकाया, जितना को हो सकता सी लकड़ां वगैरह दे के, कुछ अग बालन का प्रबंध, सेकण का प्रबंध, कपड़े सुकाउण का प्रबंध। कुछ इतिहासकार करते हैं, सारे नहीं करते। रात हो गई है, एक कच्ची गढ़ी है, ਇਹਦੇ ਵਿੱਚ कोई एक भी ਇੱਟ पक्की नहीं लगी हुई। ਇੱਥੇ मैं एक जरूर बेनती करदे हाँ, कच्ची ते पक्की गढ़ी का फर्क समझ लेना। पक्की गढ़ी बेशक मजबूत हुंदी है, पर युद्ध की नीति तो कच्ची गढ़ी उदों भी मजबूत हुंदी है, क्योंकि गोली जिहड़ी है वो मिट्टी नूं पार नहीं कर सकती। तुसीं मोर्चिਆਂ 'ਚ वेखिया मिट्टी दीयां बोरियां भर भर के रखते हैं, बड़ी जल्दी गोली नूं वो शांत करती है। भावें पक्कियां इट्टां पत्थर जिहड़े ने उन्हां विचों भी गोली पार होनी इतनी आसान नहीं हुंदी। इहदे विच एक पासे छतौड़ है जिन्हों ममटी कहंदे ने, हेठां कच्चा कोठा है, डंगरां दी कोड़ कह लो, और उहदे उत्ते एक होर है, उसे नूं इतिहासकारां ने ममटी लिखिया। हजूर उहदे ते चढ़ गए और साहिबजादा अजीत सिंह, जुझार सिंह भी नाल चढ़ गए ने। चौहां बाहियां दे उत्ते महाराज ने पहरा लगा दिता है। भाई कोठा सिंह ते भाई मुकंद सिंह नूं मुख दरवाजे दे उत्ते महाराज ने तैनात कर दिता है। कुछ सिख रात हो गई है पहरा देन लग पे ने। कुछ सिंघां नूं महाराज ने कहा तुसी आराम कर लो ताकि तरो ताजे होकर सवेरे जंग कर सको। सवेर होण तक महाराज नूं पता सी भी अनगिनत फौजां जिहड़ियां ने इत्थे पहुंच जाणियां ने, इसलिए तरो ताजे हो जो, सवेरे जंग करना है, शहादत का जाम पीना। ये तो बिल्कुल स्पष्ट सी बई 10 लाख फौज के घेरे चो 40 किवें बच के निकलणगे। लड़ांगे, शहीद होवांगे, पर लड़ांगे, ये तो पक्का ही सी भी शहीद होना है। जब 1.5 घड़ी रात गई जिक्र खुदा में, खैमे से निकल आए करतार हवा में, कदमों से टहलते थे मगर दिल था दुआ में, बोले ऐ खुदावंद हूं खुश तेरी रजा में। ये हालात ने रात दे, सिंह लेटे हुए ने, कुछ पहरे ते ऊँगते हुए नज़र आ रहे ने, सारे दिन दे थके मांदे ने। कलगियां वाले पातशाह फिर भी जाग रहे ने। कैसा पैगंबर है। कई सिंघां ने सराणियां दी थां घोड़ियां दीयां काठियां रखियां होईयां ने, परना थोड़ा जिहा ढिला होकर पिछा नूं हुंदा है, किसी का चोला एक पास्यों उठिया होया है और हजूर चहल कदमी कर रहे हैं। जिन सिंहों ने कल मौत के साहिल था उतरना, सवेरे जिन्हां ने शहीद होना है वो लेटे हुए ने, बेसुध ने, कलगियां वाले उन्हां दे कोल विचर रहे हैं।
जिन खालसों ने कल था जंग में मरना, बाली से शहीदों के, बाली कहते ने सराणे नूं, बाला शब्द है ना, बाला शतीर दे उत्ते बाले पांदे सां, ਉਹਨੂੰ ਬਾਲਾ ਤਾਂ ਹੀ ਕਹਿੰਦੇ ਨੇ, ਉਹਨੂੰ ਉੱਚਾ ਕਰਕੇ ਬਾਲਾ ਕਹਿੰਦੇ ਨੇ, ਹੋਰ ਉਹਦੇ ਵਿੱਚ ਬਾਲੇ ਵਾਲੀ ਕੋਈ ਗੱਲ ਨਹੀਂ ਹੁੰਦੀ। ਜਿਹੜੀ ਚੀਜ਼ ਉੱਚੀ ਹੁੰਦੀ ਏ ਉਹਨੂੰ ਵੀ ਬਾਲਾ ਦੀ ਸੈਂਸ ਵਿੱਚ ਲਿਆ ਜਾਂਦਾ ਹੈ। ਬਾਲੀ ਸਰਾਣਾ, बाली से शहीदों के जब के हुआ गुजरना, मुश्किल से हुआ कदम आगे को रखना। हजूर बैठ जाते ने, केस सवारते ने, किसी की दस्तार ठीक करते हैं, तो कदी कदी कलगियां वाले झुक के किसी सिंह का मत्था भी चुम लेंदे ने, किसी का हलकूम चुमते हैं, साह रग नूं चुमते हैं, लाड करते हैं। खालसा जी तुहाडा ते मैनूं पता है घरेलू हालातां दा, तुहाडे घर ते चंगी तरह रोटी भी नहीं पकदी, अशके जाइए तेरी सिक्खी दे, तू फिर भी लड़न मरन लई जूझण लई तैयार है। खालसा जी तुहाडे हालात भी बड़े चंगे नहीं गे, इस तरह लाड कर रहे ने। तां अल्लाह यार खां कहंदा है, हाशा किसी मुर्शद में ये असियार नहीं है, ये प्यार किसी पीर में जिनहार नहीं है। इस तरह का अपने सिखां नाल प्यार किसी गुरु विच नहीं तुसीं तक्को। वो तो अपनी उम्मत कहंदे ने, अपने अनुयायियां नूं वो अपनी रैयत कहंदे ने, अपनी उम्मत कहंदे ने। पर कलगियां वाले पातशाह कहंदे ने, इन्हीं की कृपा के सजे हम हैं, नहीं मोह से गरीब करोड़ परे। जिन सिंहों ने कल मौत के साहिल था उतरना, जिन खालसों ने कल था जंग में मरना, बाली से शहीदों के जब के हुआ गुजरना, मुश्किल से हुआ कदम आगे को रखना, चूमा कभी हलकूम दहन चूमने बैठे, जब गुरु पयंती आए तो सिंहों के चरण चूमने बैठे। पवांद वाले पासे आके हजूर ने गोडा मुद्दा मार के नीवे होके एक सिंह दा चरण भी चुम लिया। अशके जाइए तेरी सिक्खी दे, तू अज सवेरे शहीद हो जाना है। इस प्रकार सतगुरु चहल कदमी कर रहे ने। रणनीति महाराज ने बना ली है अगले दिन दी। हजूर सारा दिन चाहते ने भी जंग हुंदा रवे। जंग नूं हजूर कम से कम 24 घंटे 18 घंटे लमकाना चाहते ने। इस वास्ते एकदम सारिਆਂ ਨੂੰ बाहर कढ़ के नहीं जूझण का हुक्म देंदे। सवेर होई, निगाह मारी, ममटी दे उत्तों 4 छफेरे, माइल माइल 2-2 माइल, तंबू ही तंबू, टिड्डी दल फैलिया होया है, की पूरब की पश्चिम की उत्तर की दक्षिण की चारे कोने। सारे नगर दे लोकां नूं उन्होंने कुट कुट के बाहर कढ़ दिता है, बेइज्जत किया है, तसद्दत किया है, तुसी गुरु गोबिंद सिंह नूं हवेली क्यों दिती है। इस तरह का मंजर है। सर्दियां दे दिन ने, 300 साल तो भी ज़्यादा समा बतीत हो गया है। ये 1704 की घटना है, असी 2021 च बैठे हैं, अजकल के दिन सन। इस हिसाब के नाल साध संगत तुसी कैलकुलेशन कर लो कितनियां सदियां बतीत गई ने। मौसम विभाग कहता है भी ग्लोबल वार्मिंग करके, जलवायु परिवर्तन करके सर्दी वधी नहीं, सर्दी घटी है। अज तो 3-4 सदियां पहला सर्दी बहुत ज़्यादा पैंदी सी, इस वास्ते बड़ी सर्दी सी। उन्नी दिनी बारिशां हुईयां, धुंध पै रही सी, ठंड बहुत ज़्यादा सी। और इस तरह के वातावरण में सिंह भुखण भाणे भी ने। सवेर होई, इन्हां ने ढंडोरा पिटिया और उस ढंडोरे की आवाज़ ये सी भी है, गुरु गोबिंद सिंह जे तुसी अपने आप नूं शाही फौज के हवाले कर दिओ तो जंग टालिया जा सकता है। जे तुसी जंग करोगे तो तुहाडी गिनती की सानू खबर है, किसी भी सूरत तुसी जिंदा इत्थों बच के नहीं निकल सकते, जां मारे जाओगे जां गिरफ्तार होवोगे। युद्ध करके पकड़िया तो कठिन यातनावां देंगे, जे सरेंडर कर दोगे तो तुहाडे नाल वायदा है भी तुहाडी जान बख्शी कर दी जाएगी, तुहानू टॉर्चर भी नहीं किया जाएगा, तुसी सरेंडर कर दिओ। अजे ये अद्धी आवाज़ मूँह सी ते साहब अजीत सिंह तैश विच आ गए। उन्होंने ममटी दे उत्तों इन्नी जोरदार तीरां दी बारिश की। इतिहासकार कहते 10,000 सैनिक जिहड़े ने गड़ी दे दुआले दुआले उन्हां दीयां लाशां जमीन दे उत्ते डेग दित्तियां। सारे सिंघां ने अंदरों तीरां दी बौछार की,
ਗੋਲੀਆਂ ਦੀ ਬੌਛਾਰ ਕੀਤੀ। ਇਸ ਤੋਂ ਬਾਅਦ ਜੰਗ ਸ਼ੁਰੂ ਹੋ ਗਿਆ। ਨੀਤੀ ਇਹ ਸੀ ਵੀ ਕੋਈ ਜਣਾ ਅੰਦਰ ਵੜ ਕੇ ਮੇਨ ਗੇਟ ਖੋਲ੍ਹਦਾ ਤੇ ਇੱਕਦਮ ਅਸੀਂ ਅੰਦਰ ਵੜ ਕੇ ਹੱਲਾ ਕਰ ਦਈਏ। ਉਹ ਖੋਲ੍ਹਣ ਵਾਸਤੇ ਕੰਧ ਤੇ ਚੜ੍ਹਨ ਦਾ ਯਤਨ ਕੌਣ ਕੌਣ ਕਰਦਾ ਹੈ, ਉਹਨਾਂ ਨੂੰ ਕਿਵੇਂ ਕਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਮੌਤ ਦੇ ਘਾਟ ਉਤਾਰਦੇ ਨੇ। ਹੁਣ ਸਮਾਂ ਸਮਾਪਤ ਹੈ, ਇਸ ਵਾਸਤੇ ਇਹ ਵਿਚਾਰ ਮੈਂ ਕੱਲ ਦੇ ਦੀਵਾਨ ਵਿੱਚ ਆਪ ਜੀ ਦੇ ਚਰਨਾਂ ਵਿੱਚ ਕਰਨ ਦੀ ਕੋਸ਼ਿਸ਼ ਕਰਾਂਗਾ। ਅੱਜ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਸੋ ਗੁਰੂ ਰੂਪ ਸਾਧ ਸੰਗਤ ਜੀ, ਇਹ ਸਾਰਾ ਹੀ ਹਫਤਾ ਜੋ ਸਾਹਿਬਜ਼ਾਦਿਆਂ ਦੀ, ਮਾਤਾ ਗੁਜਰ ਕੌਰ ਦੀ ਔਰ ਸਾਹਿਬਜ਼ਾਦਿਆਂ ਤੋਂ ਵੀ ਜ਼ਿਆਦਾ ਪਿਆਰੇ ਗੁਰੂ ਕੇ ਸਿੱਖ ਕਲਗੀਧਰ ਪਾਤਸ਼ਾਹ ਨੂੰ ਆਪਣੇ ਸਿੱਖ ਜਿਹੜੇ ਨੇ ਸਾਧ ਸੰਗਤ ਉਹ ਸਾਹਿਬਜ਼ਾਦਿਆਂ ਤੋਂ ਵੀ ਜ਼ਿਆਦਾ ਪਿਆਰੇ ਨੇ। ਇਹਨਾਂ ਸਾਰਿਆਂ ਸ਼ਹੀਦਾਂ ਦੀਆਂ ਮਹਾਨ ਸ਼ਹਾਦਤਾਂ ਨੇ ਜਿਹੜੀਆਂ ਇਹ 27 ਤਰੀਕ ਤੱਕ ਇਹ ਦੌਰ ਚੱਲਣਾ ਹੈ। ਸੋ ਇਹਨਾਂ ਸਾਰੇ ਹੀ ਦਿਨਾਂ ਵਿੱਚ ਗੁਰਮਤਿ ਸਮਾਗਮ ਆਯੋਜਨ ਕੀਤੇ ਗਏ ਨੇ। ਅੱਜ 21 ਤਾਰੀਖ ਹੈ ਔਰ ਇਸ ਪ੍ਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਸਮਾਗਮ ਉਲੀਕੇ ਗਏ ਨੇ, ਇਸੇ ਸੰਬੰਧ ਵਿੱਚ 25 ਦਸੰਬਰ ਨੂੰ ਵਿਸ਼ੇਸ਼ ਗੁਰਮਤਿ ਸਮਾਗਮ ਸ਼ਨੀਵਾਰ ਨੂੰ ਜੋ ਰੱਖੇ ਗਏ ਨੇ, ਉਹਨਾਂ ਵਿੱਚ ਉਚੇਚੇ ਤੌਰ ਤੇ ਜੋ ਹਾਜ਼ਰੀ ਭਰ ਰਹੇ ਨੇ ਢਾਡੀ ਰਛਪਾਲ ਸਿੰਘ ਜੀ ਪਮਾਲ, ਉਹ 6:45 ਤੋਂ 8:30 ਵਜੇ ਤੱਕ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਇਸੇ ਪ੍ਰਕਾਰ ਸਾਧ ਸੰਗਤ ਜੀ 31 ਦਸੰਬਰ ਜੋ ਨਵੇਂ ਸਾਲ ਦੀ ਪ੍ਰਾਰੰਭਤਾ ਹੈ, ਉਹਦੇ ਵਿੱਚ ਵੀ ਵਿਸ਼ੇਸ਼ ਗੁਰਮਤਿ ਸਮਾਗਮ ਉਲੀਕੇ ਗਏ ਨੇ, ਜਿਹਦੇ ਵਿੱਚ ਬਹੁਤ ਹੀ ਉੱਚ ਕੋਟੀ ਦੇ ਰਾਗੀ ਢਾਡੀ ਪ੍ਰਚਾਰਕ ਸੰਗਤਾਂ ਨੂੰ ਗੁਰਬਾਣੀ ਪਾਠ ਕੀਰਤਨ ਵਿਚਾਰਾਂ ਦੇ ਮਾਧਿਅਮ ਨਾਲ ਨਿਹਾਲ ਕਰਨਗੇ। ਵਿਸ਼ੇਸ਼ ਤੌਰ ਤੇ ਜਿਹੜੇ ਜਥੇ ਪਹੁੰਚ ਰਹੇ ਨੇ, ਭਾਈ ਹਰਮਿੰਦਰ ਸਿੰਘ ਜੀ, ਭਾਈ ਕਰਮਜੀਤ ਸਿੰਘ ਜੀ, ਭਾਈ ਪ੍ਰਭਲੀਨ ਸਿੰਘ ਜੀ ਔਰ ਭਾਈ ਹਰਦੀਪ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਇਹ 31 ਦਸੰਬਰ ਰਾਤ ਨੂੰ 11 ਵਜੇ ਤੋਂ 12:30 ਵਜੇ ਤੱਕ 12:15 ਵਜੇ ਤੱਕ ਕੀਰਤਨ ਰਾਹੀਂ ਨਿਹਾਲ ਕਰਨਗੇ। ਇਸੇ ਪ੍ਰਕਾਰ 1 ਜਨਵਰੀ ਨੂੰ ਜੋ ਵਿਸ਼ੇਸ਼ ਗੁਰਮਤਿ ਸਮਾਗਮ ਨੇ, ਉਹਨਾਂ ਵਿੱਚ ਹਜ਼ੂਰੀ ਰਾਗੀ ਭਾਈ ਗੁਰਜਿੰਦਰ ਸਿੰਘ ਕੀਰਤਨ ਰਾਹੀਂ ਨਿਹਾਲ ਕਰਨਗੇ। ਹਰ ਸ਼ੁੱਕਰਵਾਰ ਨੂੰ ਰਾਤ 7:30 ਤੋਂ 9 ਵਜੇ ਤੱਕ ਭਾਈ ਗੁਰਮਿੰਦਰਪਾਲ ਸਿੰਘ ਜੀ, ਲਾਲ ਵੀਰ ਜੀ ਜਿਨ੍ਹਾਂ ਨੂੰ ਕਹਿੰਦੇ ਨੇ, ਉਹ ਹਰ ਸ਼ੁੱਕਰਵਾਰ ਨੂੰ 7:30 ਤੋਂ 9:30 ਵਜੇ ਤੱਕ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਦੇ ਨੇ। ਸਾਰੇ ਹੀ ਸਮਾਗਮਾਂ ਦੇ ਟਾਈਮ ਨੋਟ ਕਰਕੇ ਸਾਧ ਸੰਗਤ ਹਾਜ਼ਰੀਆਂ ਭਰਿਆ ਕਰੋ। ਛੋਟੇ ਇਸ਼ਤਿਹਾਰ ਪ੍ਰਿੰਟ ਕਰਕੇ ਰੱਖੇ ਹੋਏ ਨੇ, ਸੁਵਿਧਾ ਵਾਸਤੇ ਆਪ ਜੀ ਪ੍ਰਾਪਤ ਕਰ ਸਕਦੇ ਹੋ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਹੁਣ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਦੀਪ ਸਿੰਘ ਜੀ ਜਥੇ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਗੁਰੂ ਫਤਿਹ ਦੀ ਸਾਂਝ ਨਾਲ ਆਗਿਆ ਬਖਸ਼ਿਸ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।